ਮੇਰਾ ਨਾਮ ਅੰਕਿਤਾ ਹੈ। ਘਰ ਵਿੱਚ ਸਭ ਦੀ ਲਾਡਲੀ ਸੀ। ਮਾਂ-ਬਾਪ ਦੇ ਜਿਗਰ ਦਾ ਟੋਟਾ ਤੇ ਭਾਬੀ ਦੀ ਸਭ ਤੋਂ ਚੰਗੀ ਦੋਸਤ ਸੀ। ਮੈਂ ਬਹੁਤ ਪਿਆਰ ਨਾਲ ਪਲੀ ਸੀ। ਘਰ ਵਿੱਚ ਕੀ ਕਰਨਾ ਹੈ, ਕੀ ਪਕਾਉਣਾ ਹੈ, ਇਹ ਵੀ ਮੇਰੇ ਅਨੁਸਾਰ ਹੁੰਦਾ ਸੀ। ਮੇਰੀ ਕਿਸੇ ਵੀ ਫਰਮਾਇਸ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ ਸੀ। ਸਾਰੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ। ਇੱਕ ਦਿਨ ਭਾਬੀ ਆਪਣੇ ਪੇਕੇ ਕੁਝ ਦਿਨ ਰਹਿਣ ਲਈ ਜਾ ਰਹੀ ਸੀ, ਪਰ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ। ਮੈਂ ਕਿਹਾ ਕਿ ਤੁਸੀਂ ਨਾ ਜਾਓ, ਮੇਰਾ ਦਿਲ ਨਹੀਂ ਲੱਗਦਾ ਤੁਹਾਡੇ ਬਿਨਾਂ। ਭਾਬੀ ਦਾ ਜਾਣਾ ਵੀ ਜ਼ਰੂਰੀ ਸੀ, ਇਸ ਲਈ ਮੇਰੇ ਭਰਾ ਨੇ ਕਿਹਾ ਕਿ ਅੰਕਿਤਾ ਆਪਣੀ ਭਾਬੀ ਨੂੰ ਜਾਣ ਦੇ। ਜੇ ਤੂੰ ਵੀ ਨਾਲ ਜਾਣਾ ਚਾਹੁੰਦੀ ਐਂ ਤਾਂ ਤੂੰ ਵੀ ਚਲੀ ਜਾ, ਅੰਨੇ ਨੂੰ ਹੋਰ ਕੀ ਚਾਹੀਦਾ ਹੈ, ਦੋ ਅੱਖਾਂ। ਮੈਂ ਤੁਰੰਤ ਤਿਆਰ ਹੋ ਗਈ ਤੇ ਆਪਣਾ ਬੈਗ ਭਾਬੀ ਤੋਂ ਪਹਿਲਾਂ ਹੀ ਗੱਡੀ ਵਿੱਚ ਰੱਖ ਦਿੱਤਾ। ਮੈਂ ਬਹੁਤ ਜ਼ਿਆਦਾ ਖੁਸ਼ ਸੀ, ਪਰ ਮੈਨੂੰ ਲੱਗ ਰਿਹਾ ਸੀ ਕਿ ਭਾਬੀ ਮੈਨੂੰ ਆਪਣੇ ਨਾਲ ਲਿਜਾਣਾ ਨਹੀਂ ਚਾਹੁੰਦੀ ਸੀ। ਇੱਕ ਦੋ ਵਾਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਜਾਣ ਨੂੰ ਰਹਿਣ ਦਿੰਦੀ ਹਾਂ, ਪਰ ਮੈਂ ਬਹੁਤ ਜ਼ਿਆਦਾ ਢੀਠ ਬਣ ਗਈ ਸੀ। ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ। ਫਿਰ ਮੈਂ ਆਪਣੀ ਭਾਬੀ ਦੇ ਨਾਲ ਉਸਦੇ ਪੇਕੇ ਚਲੇ ਗਈ। ਅੰਕਲ ਆਂਟੀ ਆਪਣੀ ਬੇਟੀ ਨੂੰ ਭੁੱਲ ਕੇ ਮੇਰੇ ਅੱਗੇ ਪਿੱਛੇ ਘੁੰਮਣ ਲੱਗੇ। ਮੈਨੂੰ ਪਤਾ ਲੱਗਿਆ ਕਿ ਮੇਰੀ ਭਾਬੀ ਦਾ ਭਾਈ ਵੀ ਆਫਿਸ ਤੋਂ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ। ਉਹ ਕਿਸੇ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਹੁਣ ਮੈਨੂੰ ਸਮਝ ਵਿੱਚ ਆ ਗਿਆ ਸੀ ਕਿ ਭਾਬੀ ਦਾ ਕਿਹੜਾ ਜ਼ਰੂਰੀ ਕੰਮ ਸੀ। ਦਰਅਸਲ ਉਹ ਆਪਣੇ ਭਾਈ ਨੂੰ ਮਿਲਣ ਆਈ ਸੀ ਤੇ ਭਾਈ ਨਾਲ ਕੁਝ ਵਕਤ ਗੁਜ਼ਾਰਨਾ ਚਾਹੁੰਦੀ ਸੀ। ਮੈਂ ਆਪਣੀ ਭਾਬੀ ਦੇ ਭਾਈ ਨੂੰ ਉਹਨਾਂ ਦੇ ਵਿਆਹ ਵਿੱਚ ਹੀ ਦੇਖਿਆ ਸੀ। ਉਸ ਤੋਂ ਬਾਅਦ ਉਹ ਕਦੇ ਸਾਡੇ ਘਰ ਨਹੀਂ ਆਏ। ਭਾਬੀ ਦੇ ਭਰਾ ਦਾ ਨਾਮ ਅਨਿਲ ਸੀ। ਉਹ ਬਹੁਤ ਚੰਗੇ ਇਨਸਾਨ ਸਨ। ਉਹ ਭਾਬੀ ਨੂੰ ਕਹਿੰਦਾ ਕਿ ਸੰਜਨਾ, ਮੈਂ ਤੈਨੂੰ ਇੰਨੀ ਸੈਰ ਕਰਾਵਾਂਗਾ ਕਿ ਤੂੰ ਥੱਕ ਜਾਵੇਂਗੀ। ਮੈਂ ਵੀ ਖੁਸ਼ ਹੋ ਗਈ। ਮੈਂ ਕਿਹਾ ਮੈਂ ਵੀ ਕਲਕੱਤਾ ਘੁੰਮਣਾ ਚਾਹੁੰਦੀ ਹਾਂ। ਉਹ ਕਹਿਣ ਲੱਗੇ ਤੂੰ ਵੀ ਸਾਡੇ ਨਾਲ ਚੱਲੀ। ਮੈਂ, ਭਾਬੀ ਤੇ ਅਨਿਲ ਰੋਜ਼ ਘੁੰਮਣ ਜਾਂਦੇ, ਹਰ ਦਿਨ ਸੈਰ ਸਪਾਟਾ ਕਰਦੇ। ਮੈਨੂੰ ਅਨਿਲ ਚੰਗਾ ਲੱਗਣ ਲੱਗਿਆ ਸੀ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਵਿਆਹ ਬਸ ਉਸੀ ਨਾਲ ਹੀ ਹੋਵੇ। ਇੱਕ ਦਿਨ ਭਾਬੀ ਨੇ ਮੈਨੂੰ ਕਿਹਾ ਕਿ ਅੱਜ ਤੂੰ ਚੰਗੀ ਤਰ੍ਹਾਂ ਤਿਆਰ ਹੋ ਜਾਈਂ, ਆਪਾਂ ਨੇ ਅਨਿਲ ਦੀ ਮੰਗੇਤਰ ਨੂੰ ਮਿਲਣ ਜਾਣਾ ਹੈ। ਮੈਨੂੰ ਤਾਂ ਭਾਬੀ ਦੀਆਂ ਗੱਲਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਂ ਕਿਹਾ ਤੁਸੀਂ ਇਹ ਕੀ ਕਹਿ ਰਹੇ ਹੋ? ਅਨਿਲ ਦੀ ਮੰਗੇਤਰ ਕਿੱਥੋਂ ਆ ਗਈ? ਪਿੱਛੇ ਤੋਂ ਅਨਿਲ ਦੀ ਆਵਾਜ਼ ਵੀ ਸੁਣਾਈ ਦਿੱਤੀ। ਕੁਝ ਮਹੀਨੇ ਪਹਿਲਾਂ ਹੀ ਮੈਂ ਆਪਣੀ ਪਸੰਦ ਦੀ ਲੜਕੀ ਨਾਲ ਮੰਗਣਾ ਕਰਵਾ ਲਿਆ ਸੀ। ਲੜਕੀ ਨੂੰ ਪ੍ਰਪੋਜ਼ ਕਰਕੇ ਰਿੰਗ ਪਾ ਦਿੱਤੀ ਸੀ। ਹੁਣ ਮੈਂ ਆਪਣੇ ਘਰ ਵਾਲਿਆਂ ਨੂੰ ਉਸ ਲੜਕੀ ਦੇ ਘਰ ਰਿਸ਼ਤਾ ਮੰਗਣ ਲਈ ਭੇਜ ਰਿਹਾ ਹਾਂ। ਮੈਂ ਇੱਕਦਮ ਬੋਲੀ, ਨਹੀਂ ਅਨਿਲ, ਭਾਬੀ ਅਜਿਹਾ ਕੁਝ ਨਹੀਂ ਕਰੇਗੀ, ਕਿਉਂਕਿ ਮੈਂ ਤੁਹਾਨੂੰ ਪਸੰਦ ਕਰਨ ਲੱਗੀ ਹਾਂ। ਜੇਕਰ ਤੁਹਾਡਾ ਵਿਆਹ ਹੋਵੇਗਾ ਤਾਂ ਮੇਰੇ ਨਾਲ ਹੀ ਹੋਵੇਗਾ। ਅਨਿਲ ਦੇ ਮੱਥੇ 'ਤੇ ਵੱਟ ਪੈ ਗਏ ਸੀ। ਉਹ ਕਹਿਣ ਲੱਗਿਆ ਕਿ ਮੈਨੂੰ ਅਜਿਹੀਆਂ ਫਜ਼ੂਲ ਦੀਆਂ ਗੱਲਾਂ ਬਿਲਕੁਲ ਵੀ ਪਸੰਦ ਨਹੀਂ ਹਨ। ਤੂੰ ਬੱਚੀ ਐਂ ਤੇ ਬੱਚੀ ਬਣ ਕੇ ਰਹਿ। ਅੱਜ ਤੋਂ ਬਾਅਦ ਮੈਂ ਤੇਰੇ ਮੂੰਹ ਤੋਂ ਅਜਿਹੀ ਕੋਈ ਵੀ ਗੱਲ ਨਹੀਂ ਸੁਣਨਾ ਚਾਹੁੰਦਾ ਤੇ ਅੱਜ ਵੀ ਤੂੰ ਆਪਣੀ ਭਾਬੀ ਦੇ ਨਾਲ ਮੇਰੀ ਮੰਗੇਤਰ ਦੇ ਘਰ ਜਾਵੇਂਗੀ, ਸਮਝੀ? ਅਨਿਲ ਨੇ ਮੇਰੇ ਨਾਲ ਬਹੁਤ ਹੀ ਗੁੱਸੇ ਵਿੱਚ ਗੱਲ ਕੀਤੀ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮੈਂ ਕੁਝ ਬੋਲੇ ਬਿਨਾਂ ਹੀ ਦੂਜੇ ਕਮਰੇ ਵਿੱਚ ਜਾ ਕੇ ਕਮਰਾ ਬੰਦ ਕਰਕੇ ਰੋਣ ਲੱਗੀ। ਇਸ ਤਰ੍ਹਾਂ ਕਮਰਾ ਬੰਦ ਕਰਨ ਨਾਲ ਭਾਬੀ ਦੇ ਪਰਿਵਾਰ ਨੂੰ ਮੇਰੀ ਚਿੰਤਾ ਹੋਣ ਲੱਗੀ ਸੀ। ਭਾਬੀ ਵੀ ਡਰੀ ਡਰੀ ਆਵਾਜ਼ ਵਿੱਚ ਬੋਲ ਰਹੀ ਸੀ ਤੇ ਮੇਰੇ ਅੱਗੇ ਬੇਨਤੀ ਕਰ ਰਹੀ ਸੀ ਕਿ ਅੰਕਿਤਾ ਦਰਵਾਜ਼ਾ ਖੋਲ੍ਹ ਦੇ। ਭਾਬੀ ਦੇ ਮਾਤਾ ਪਿਤਾ ਵੀ ਦਰਵਾਜ਼ਾ ਖੜਕਾ ਰਹੇ ਸਨ। ਫਿਰ ਅਨਿਲ ਨੇ ਦਰਵਾਜ਼ਾ ਖੜਕਾਇਆ ਤੇ ਕਹਿਣ ਲੱਗਿਆ ਕਿ ਜੇ ਤੂੰ ਦਰਵਾਜ਼ਾ ਖੋਲ੍ਹ ਦੇਵੇਂਗੀ ਤਾਂ ਮੈਂ ਤੈਨੂੰ ਬਾਹਰ ਘੁੰਮਣ ਲਈ ਲੈ ਕੇ ਜਾਵਾਂਗਾ। ਮੈਂ ਆਪਣੇ ਹੰਝੂ ਪੂੰਝੇ ਤੇ ਜਲਦੀ ਨਾਲ ਦਰਵਾਜ਼ਾ ਖੋਲ੍ਹ ਦਿੱਤਾ। ਭਾਬੀ ਨੇ ਮੈਨੂੰ ਗਲੇ ਨਾਲ ਲਗਾ ਲਿਆ ਤੇ ਕਹਿਣ ਲੱਗੀ ਕਿ ਤੂੰ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ। ਅੰਕਲ ਆਂਟੀ ਵੀ ਮੈਨੂੰ ਸਮਝਾਉਣ ਲੱਗੇ ਕਿ ਅੰਕਿਤਾ, ਇਸ ਤਰ੍ਹਾਂ ਗੱਲ-ਗੱਲ 'ਤੇ ਨਾਰਾਜ਼ ਹੋ ਕੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਨਹੀਂ ਕਰੀਦਾ। ਮੈਂ ਭਾਬੀ ਦੀ ਨਣਦ ਸੀ, ਇਸ ਲਈ ਜਾਣਦੀ ਸੀ ਕਿ ਮੇਰਾ ਪੱਲੜਾ ਭਾਰੀ ਹੈ। ਸ਼ਾਮ ਨੂੰ ਅਨਿਲ ਮੈਨੂੰ ਆਪਣੇ ਨਾਲ ਲੈ ਗਏ। ਅਨਿਲ ਮੈਨੂੰ ਕਹਿਣ ਲੱਗਿਆ ਕਿ ਅੰਕਿਤਾ, ਇਹ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ, ਇੱਥੇ ਕੰਡੇ ਵੀ ਹੁੰਦੇ ਹਨ ਤੇ ਉਹਨਾਂ ਨੂੰ ਬਰਦਾਸ਼ਤ ਵੀ ਕਰਨਾ ਪੈਂਦਾ ਹੈ। ਤੂੰ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਬਹੁਤ ਸਕੂਨ ਦੇਖਿਆ ਹੈ, ਪਰ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ। ਮੈਂ ਰੋਜੀ ਰੋਟੀ ਲਈ ਵੀ ਦੂਜੇ ਸ਼ਹਿਰ ਵਿੱਚ ਆਪਣੇ ਮਾਤਾ ਪਿਤਾ ਤੋਂ ਦੂਰ ਰਹਿੰਦਾ ਹਾਂ। ਮੈਂ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦਾ ਹਾਂ। ਹੁਣ ਮੇਰੀ ਜ਼ਿੰਦਗੀ ਵਿੱਚ ਇੱਕ ਖੁਸ਼ੀ ਆਈ ਹੈ ਤੇ ਉਹ ਹੈ ਮੇਰੀ ਮੰਗੇਤਰ, ਤੇ ਹੁਣ ਉਸ ਨੂੰ ਮੇਰੇ ਤੋਂ ਨਾ ਖੋ। ਤੇਰੀ ਜ਼ਿੰਦਗੀ ਵਿੱਚ ਹੁਣ ਸੰਘਰਸ਼ ਸ਼ੁਰੂ ਹੋਇਆ ਹੈ। ਤੂੰ ਮੈਨੂੰ ਪਸੰਦ ਕਰਦੀ ਐਂ,
ਪਰ ਮੈਂ ਤੈਨੂੰ ਪਸੰਦ ਨਹੀਂ ਕਰਦਾ। ਜਦ ਤੂੰ ਭਗਵਾਨ ਦੇ ਕਰੀਬ ਹੋ ਜਾਵੇਂਗੀ ਤਾਂ ਤੇਰੀਆਂ ਅੱਖਾਂ ਖੁੱਲ੍ਹ ਜਾਣਗੀਆਂ। ਤੂੰ ਇਹਨਾਂ ਕੁਦਰਤ ਦੇ ਨਿਯਮਾਂ ਨੂੰ ਦੇਖੇਂਗੀ ਤੇ ਮਹਿਸੂਸ ਕਰੇਂਗੀ ਤੇ ਰੱਬ ਦਾ ਧੰਨਵਾਦ ਕਰੇਂਗੀ। ਅੱਜ ਤੋਂ ਬਾਅਦ ਤੂੰ ਮੇਰੇ ਲਈ ਕਦੇ ਵੀ ਜਿੱਦ ਨਹੀਂ ਕਰੇਂਗੀ। ਹੁਣ ਕੱਲ੍ਹ ਨੂੰ ਤੂੰ ਮੰਮੀ ਡੈਡੀ ਤੇ ਆਪਣੀ ਭਾਬੀ ਦੇ ਨਾਲ ਮੇਰਾ ਰਿਸ਼ਤਾ ਲੈ ਕੇ ਜਾਵੀਂ। ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਕਿ ਜੇ ਮੈਂ ਵਿਆਹ ਕਰਵਾਵਾਂਗੀ ਤਾਂ ਸਿਰਫ ਤੇ ਸਿਰਫ ਤੁਹਾਡੇ ਨਾਲ ਹੀ ਕਰਵਾਵਾਂਗੀ। ਅਨਿਲ ਗੁੱਸੇ ਨਾਲ ਬੋਲਿਆ ਕਿ ਤੈਨੂੰ ਸਮਝਾਉਣਾ ਹੀ ਬੇਕਾਰ ਹੈ। ਚੱਲ ਉੱਠ ਤੇ ਘਰ ਨੂੰ ਚੱਲੀਏ। ਅਨਿਲ ਮੈਨੂੰ ਜ਼ਬਰਦਸਤੀ ਘਰ ਲੈ ਗਿਆ। ਉਸ ਰਾਤ ਮੈਂ ਖਾਣਾ ਵੀ ਨਹੀਂ ਖਾਧਾ। ਮੈਂ ਆਪਣੇ ਭਰਾ ਨੂੰ ਫੋਨ ਕਰ ਦਿੱਤਾ ਕਿ ਮੈਨੂੰ ਆ ਕੇ ਲੈ ਜਾਓ। ਮੇਰਾ ਇੱਥੇ ਦਿਲ ਨਹੀਂ ਲੱਗਦਾ। ਮੇਰਾ ਭਰਾ ਬਹੁਤ ਪਰੇਸ਼ਾਨ ਹੋ ਗਿਆ। ਉਹ ਮੈਨੂੰ ਪੁੱਛਦਾ ਰਿਹਾ ਕਿ ਅੰਕਿਤਾ ਦੱਸ ਤਾਂ ਸਹੀ ਕਿ ਗੱਲ ਕੀ ਹੋਈ ਹੈ। ਮੈਂ ਕਿਹਾ ਕਿ ਤੁਸੀਂ ਸਵੇਰੇ ਬਸ ਮੈਨੂੰ ਲੈਣ ਆ ਜਾਇਓ, ਫਿਰ ਮੈਂ ਸਭ ਕੁਝ ਦੱਸ ਦਵਾਂਗੀ। ਮੇਰੇ ਭਰਾ ਨੇ ਕਿਹਾ ਠੀਕ ਹੈ। ਮੈਂ ਫਿਰ ਫੋਨ ਕੱਟ ਕੇ ਸੌਂ ਗਈ। ਅਗਲੇ ਦਿਨ ਵੀ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਹੀ ਬੰਦ ਰੱਖਿਆ। ਮੇਰਾ ਭਰਾ 11 ਵਜੇ ਮੈਨੂੰ ਲੈਣ ਆ ਗਿਆ ਸੀ। ਫਿਰ ਕਿਤੇ ਜਾ ਕੇ ਮੈਂ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਭਰਾ ਦੇ ਗਲੇ ਲੱਗ ਕੇ ਰੋਣ ਲੱਗੀ। ਮੇਰਾ ਭਰਾ ਬੋਲਿਆ ਕਿ ਕੀ ਗੱਲ ਹੈ, ਤੂੰ ਇਸ ਤਰ੍ਹਾਂ ਕਿਉਂ ਰੋ ਰਹੀ ਆਂ? ਮੈਂ ਕਿਹਾ ਤੁਸੀਂ ਬਸ ਮੈਨੂੰ ਘਰ ਲੈ ਚੱਲੋ, ਮੈਂ ਘਰ ਜਾ ਕੇ ਹੀ ਸਭ ਕੁਝ ਦੱਸਾਂਗੀ। ਫਿਰ ਮੇਰੇ ਭਰਾ ਨੇ ਭਾਬੀ ਨੂੰ ਤਿਆਰ ਹੋਣ ਲਈ ਕਿਹਾ। ਭਾਬੀ ਕਹਿਣ ਲੱਗੀ ਕਿ ਮੈਂ ਅਜੇ ਨਹੀਂ ਜਾਣਾ ਚਾਹੁੰਦੀ, ਕੀ ਮੈਂ ਕੁਝ ਦਿਨ ਲਈ ਹੋਰ ਇੱਥੇ ਰੁਕ ਸਕਦੀ ਹਾਂ? ਤਾਂ ਮੇਰੇ ਭਰਾ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਕਿ ਨਹੀਂ, ਤੂੰ ਹੁਣੇ ਸਾਡੇ ਨਾਲ ਚੱਲੇਂਗੀ। ਜਾ ਕੇ ਆਪਣਾ ਸਮਾਨ ਪੈਕ ਕਰ। ਭਾਬੀ ਨੇ ਬੜੇ ਦੁਖੀ ਮਨ ਦੇ ਨਾਲ ਪੈਕਿੰਗ ਕੀਤੀ ਤੇ ਤਿਆਰ ਹੋਣ ਲੱਗੀ। ਜਾਣ ਤੋਂ ਪਹਿਲਾਂ ਮੈਂ ਅਨਿਲ ਦੇ ਕਮਰੇ ਵਿੱਚ ਗਈ ਤੇ ਉਸ ਨੂੰ ਕਹਿਣ ਲੱਗੀ ਕਿ ਹੁਣ ਮੈਂ ਸਿਰਫ ਇਸ ਲਈ ਜਾ ਰਹੀ ਹਾਂ ਤਾਂ ਕਿ ਮੈਂ ਤੁਹਾਡੀ ਪਤਨੀ ਬਣ ਕੇ ਇਸ ਘਰ ਵਿੱਚ ਦੁਬਾਰਾ ਆ ਸਕਾਂ। ਅਨਿਲ ਬਸ ਮੈਨੂੰ ਦੇਖਦੇ ਹੀ ਰਹਿ ਗਿਆ ਸੀ। ਰਸਤੇ ਵਿੱਚ ਭਾਈ ਭਾਬੀ ਨੂੰ ਗੱਲਾਂ ਸੁਣਾਉਂਦੇ ਰਹੇ ਕਿ ਮੈਂ ਤੇਰੇ ਤੇ ਭਰੋਸਾ ਕਰਕੇ ਆਪਣੀ ਭੈਣ ਨੂੰ ਤੇਰੇ ਨਾਲ ਭੇਜਣ ਦੀ ਇਜਾਜ਼ਤ ਦਿੱਤੀ ਸੀ, ਪਰ ਤੂੰ ਤਾਂ ਸ਼ਾਇਦ ਇਸ ਦਾ ਖਿਆਲ ਹੀ ਨਹੀਂ ਰੱਖਿਆ। ਦੇਖ ਤਾਂ ਸਹੀ ਕਿਵੇਂ ਬੁਰਾ ਹਾਲ ਹੋ ਗਿਆ ਹੈ ਇਸ ਦਾ। ਘਰ ਜਾ ਕੇ ਮੈਂ ਦੇਖਿਆ ਕਿ ਮੇਰੀ ਮਾਂ ਤੇ ਪਿਤਾ ਜੀ ਵੀ ਮੇਰੀ ਚਿੰਤਾ ਵਿੱਚ ਪਰੇਸ਼ਾਨ ਸਨ। ਮੈਂ ਜਾਣਦੀ ਸੀ ਕਿ ਮੇਰੀ ਥੋੜੀ ਜਿਹੀ ਵੀ ਪਰੇਸ਼ਾਨੀ ਤੇ ਮੇਰੇ ਸਾਰੇ ਘਰ ਦੇ ਪਰੇਸ਼ਾਨ ਹੋ ਜਾਂਦੇ ਹਨ। ਪਿਤਾ ਜੀ ਮੈਨੂੰ ਗਲੇ ਲਗਾ ਕੇ ਪਿਆਰ ਕਰਨ ਲੱਗੇ ਤੇ ਕਹਿਣ ਲੱਗੇ, ਮੈਨੂੰ ਦੱਸ ਤੈਨੂੰ ਕੀ ਪਰੇਸ਼ਾਨੀ ਹੈ, ਤੂੰ ਕਿਉਂ ਰੋ ਰਹੀ ਆਂ? ਮੈਂ ਬੋਲੀ, ਪਿਤਾ ਜੀ ਮੈਂ ਭਾਬੀ ਦੇ ਭਰਾ ਅਨਿਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ, ਪਰ ਉਸਨੇ ਮੈਨੂੰ ਮੇਰੇ ਮੂੰਹ ਤੇ ਹੀ ਇਨਕਾਰ ਕਰ ਦਿੱਤਾ। ਹੁਣ ਤੁਸੀਂ ਸਾਰੇ ਮਿਲ ਕੇ ਉਸ ਨੂੰ ਸਮਝਾਓ ਤਾਂ ਕਿ ਉਹ ਮੇਰੇ ਨਾਲ ਵਿਆਹ ਕਰਵਾਉਣ ਨੂੰ ਰਾਜ਼ੀ ਹੋ ਜਾਵੇ। ਮੇਰੀ ਮਾਂ ਬਹੁਤ ਖੁਸ਼ ਹੋ ਗਈ ਸੀ। ਉਹ ਕਹਿਣ ਲੱਗੀ ਕਿ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਵੇਗੀ। ਜਿਸ ਤਰ੍ਹਾਂ ਅਸੀਂ ਸੰਜਨਾ ਨੂੰ ਆਪਣੀ ਬੇਟੀ ਬਣਾ ਕੇ ਰੱਖਿਆ ਹੈ, ਉਸੇ ਤਰ੍ਹਾਂ ਉਸਦੇ ਮਾਂ-ਬਾਪ ਵੀ ਤੈਨੂੰ ਆਪਣੀ ਬੇਟੀ ਬਣਾ ਕੇ ਰੱਖਣਗੇ। ਪਰ ਭਾਬੀ ਬਹੁਤ ਪਰੇਸ਼ਾਨ ਹੋ ਗਈ। ਉਹ ਕਹਿਣ ਲੱਗੀ ਕਿ ਮੰਮੀ ਇਹ ਗੱਲ ਤਾਂ ਤੁਸੀਂ ਠੀਕ ਕਹਿ ਰਹੇ ਹੋ, ਪਰ ਅਨਿਲ ਦੀ ਮੰਗਣੀ ਹੋ ਚੁੱਕੀ ਹੈ। ਉਸ ਨੂੰ ਜਿਹੜੀ ਲੜਕੀ ਪਸੰਦ ਸੀ ਉਸਨੇ ਉਸ ਨੂੰ ਰਿੰਗ ਪਾ ਦਿੱਤੀ ਹੈ। ਕੱਲ ਨੂੰ ਮੇਰੇ ਮੰਮੀ ਡੈਡੀ ਜਾ ਕੇ ਰਿਸ਼ਤਾ ਪੱਕਾ ਕਰਕੇ ਆਉਣਗੇ। ਮੇਰੀ ਮਾਂ ਗੁੱਸੇ ਵਿੱਚ ਕਹਿਣ ਲੱਗੀ ਕਿ ਸੰਜਨਾ ਇਹ ਤਾਂ ਤੂੰ ਪਰਾਇਆਂ ਵਾਲੀ ਗੱਲ ਕਰ ਦਿੱਤੀ। ਲੋਕਾਂ ਦੇ ਤਾਂ ਵਿਆਹ ਤੱਕ ਟੁੱਟ ਜਾਂਦੇ ਹਨ, ਤਾਂ ਕਿ ਤੇਰਾ ਭਰਾ ਇੱਕ ਮੰਗਣਾ ਨਹੀਂ ਤੋੜ ਸਕਦਾ? ਭਾਬੀ ਕਹਿਣ ਲੱਗੀ ਕਿ ਨਹੀਂ ਮੰਮੀ, ਮੇਰਾ ਭਰਾ ਇਹ ਮੰਗਣਾ ਨਹੀਂ ਤੋੜ ਸਕਦਾ ਕਿਉਂਕਿ ਉਹ ਉਸ ਲੜਕੀ ਨੂੰ ਬਹੁਤ ਪਿਆਰ ਕਰਦਾ ਹੈ। ਉਹ ਗੁੱਸੇ ਵਿੱਚ ਉੱਥੋਂ ਉੱਠ ਕੇ ਚਲੀ ਗਈ ਸੀ। ਫਿਰ ਮੇਰੀ ਮਾਂ ਨੇ ਮੇਰੇ ਭਰਾ ਨਾਲ ਗੱਲ ਕੀਤੀ ਕਿ ਤੂੰ ਸੰਜਨਾ ਨਾਲ ਗੱਲ ਕਰ ਕਿ ਉਹ ਆਪਣੇ ਭਰਾ ਦਾ ਰਿਸ਼ਤਾ ਮੇਰੀ ਬੇਟੀ ਨਾਲ ਕਰਵਾਵੇ। ਹੁਣ ਸਾਡੇ ਘਰ ਵਿੱਚ ਹਰ ਸਮੇਂ ਇਹੀ ਬਹਿਸ ਹੁੰਦੀ ਰਹਿੰਦੀ ਸੀ। ਮਾਂ ਨੇ ਭਾਬੀ ਨੂੰ ਇਹ ਤੱਕ ਕਹਿ ਦਿੱਤਾ ਸੀ ਕਿ ਜੇ ਅਨਿਲ ਮੇਰੀ ਬੇਟੀ ਨਾਲ ਵਿਆਹ ਨਹੀਂ ਕਰਵਾਵੇਗਾ ਤਾਂ ਮੈਂ ਤੈਨੂੰ ਤਲਾਕ ਦਵਾ ਦੇਵਾਂਗੀ। ਹੁਣ ਭਾਬੀ ਵੀ ਬਹੁਤ ਪਰੇਸ਼ਾਨ ਰਹਿਣ ਲੱਗੀ ਸੀ। ਉਹ ਆਪਣੇ ਪੇਕਿਆਂ ਵਿੱਚ ਵਾਰ-ਵਾਰ ਫੋਨ ਕਰਦੀ ਰਹਿੰਦੀ ਸੀ, ਪਰ ਉਸ ਦੀ ਕਿਸੇ ਨੇ ਇੱਕ ਨਾ ਸੁਣੀ। ਇੱਕ ਦਿਨ ਮੈਂ ਇਹ ਧਮਕੀ ਦੇ ਦਿੱਤੀ ਕਿ ਮੈਂ ਖੁਦਕੁਸ਼ੀ ਕਰ ਲਵਾਂਗੀ। ਉਸ ਦਿਨ ਮੇਰੇ ਭਰਾ ਨੇ ਭਾਬੀ ਨੂੰ ਧੱਕੇ ਮਾਰ ਕੇ ਘਰ ਤੋਂ ਕੱਢ ਦਿੱਤਾ। ਉਹ ਕਹਿਣ ਲੱਗੇ ਕਿ ਹੁਣ ਤੂੰ ਇਸ ਘਰ ਵਿੱਚ ਉਦੋਂ ਹੀ ਆਵੇਂਗੀ ਜਦੋਂ ਅਨਿਲ ਮੇਰੀ ਭੈਣ ਨਾਲ ਵਿਆਹ ਕਰਨ ਨੂੰ ਰਾਜ਼ੀ ਹੋ ਜਾਵੇਗਾ। ਅਜੇ ਮੇਰੀ ਭਾਬੀ ਨੂੰ ਗਏ ਹੋਏ 1 ਮਹੀਨਾ ਹੀ ਹੋਇਆ ਸੀ ਕਿ ਸਾਨੂੰ ਖਬਰ ਮਿਲੀ ਕਿ ਅਨਿਲ ਦਾ ਉਸ ਕੁੜੀ ਨਾਲ ਵਿਆਹ ਹੋ ਗਿਆ ਹੈ। ਹੁਣ ਤਾਂ ਸਾਡੇ ਘਰ ਵਿੱਚ ਤੂਫਾਨ ਹੀ ਮਚ ਗਿਆ ਸੀ। ਮੈਂ ਖਾਣਾ ਪੀਣਾ ਬੰਦ ਕਰ ਦਿੱਤਾ ਸੀ। ਮੇਰੀ ਮਾਂ ਮੇਰੇ ਭਰਾ ਨੂੰ ਕਹਿਣ ਲੱਗੀ ਸੀ ਕਿ ਤੂੰ ਸੰਜਨਾ ਨੂੰ ਤਲਾਕ ਦੇ ਕੇ ਉਸ ਤੋਂ ਛੁਟਕਾਰਾ ਪਾ ਲੈ। ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿਸੇ ਦੀ ਬੇਟੀ ਨੂੰ ਦੁੱਖ ਦੇ ਕੇ ਕਿਵੇਂ ਲੱਗਦਾ ਹੈ।
ਪਰ ਇਸ ਗੱਲ ਤੇ ਮੇਰਾ ਭਰਾ ਅੜ ਗਿਆ। ਉਹ ਕਹਿਣ ਲੱਗਿਆ ਕਿ ਮੈਂ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਵਾਂਗਾ। ਉਹ ਆਪਣੀ ਪਤਨੀ ਨੂੰ ਖੋਣਾ ਨਹੀਂ ਚਾਹੁੰਦਾ ਸੀ। ਜਦ ਤੋਂ ਮੇਰੀ ਮਾਂ ਨੇ ਅਨਿਲ ਦੇ ਵਿਆਹ ਦੀ ਗੱਲ ਸੁਣੀ ਸੀ, ਉਹ ਤਾਂ ਜਿਵੇਂ ਪਾਗਲ ਹੀ ਹੋ ਗਈ ਸੀ। ਉਹਨਾਂ ਨੇ ਮੇਰੇ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਸੀ। ਮੇਰੀ ਮਾਂ ਤੇ ਪਿਤਾ ਜੀ ਮੇਰੇ ਲਈ ਸਭ ਤੋਂ ਚੰਗਾ ਰਿਸ਼ਤਾ ਲੱਭਣਾ ਚਾਹੁੰਦੇ ਸਨ। ਮੇਰੀ ਮਾਂ ਨੇ ਬਹੁਤ ਸਾਰੇ ਰਿਸ਼ਤਿਆਂ ਨੂੰ ਰਿਜੈਕਟ ਕਰ ਦਿੱਤਾ ਸੀ। 2 ਮਹੀਨਿਆਂ ਬਾਅਦ ਹੁਣ ਆਖਰਕਾਰ ਮੇਰੇ ਲਈ ਮੇਰੇ ਮਾਂ ਤੇ ਪਿਤਾ ਜੀ ਨੂੰ ਇੱਕ ਰਿਸ਼ਤਾ ਵਧੀਆ ਲੱਗਿਆ ਸੀ। ਇਹਨਾਂ 2 ਮਹੀਨਿਆਂ ਵਿੱਚ ਮੇਰੇ ਸਿਰ ਤੋਂ ਅਨਿਲ ਦੇ ਪਿਆਰ ਦਾ ਭੂਤ ਵੀ ਉਤਰ ਗਿਆ ਸੀ। ਮੈਂ ਸਮੀਪ ਦੀ ਫੋਟੋ ਦੇਖੀ ਤਾਂ ਉਹ ਮੈਨੂੰ ਬਹੁਤ ਚੰਗਾ ਲੱਗਿਆ ਸੀ। ਮਾਂ ਨੇ ਦੱਸਿਆ ਕਿ ਉਹ ਬਹੁਤ ਉੱਚੇ ਖਾਨਦਾਨ ਦੇ ਹਨ, ਸਮਾਜ ਵਿੱਚ ਉਹਨਾਂ ਦਾ ਨਾਮ ਹੈ। ਮੈਂ ਬਹੁਤ ਖੁਸ਼ ਹੋ ਗਈ। ਹੁਣ ਮੇਰੇ ਵਿਆਹ ਦੀ ਤਿਆਰੀ ਹੋਣ ਲੱਗੀ ਸੀ। ਮੇਰੇ ਭਰਾ ਨੇ ਮੇਰੀ ਮਾਂ ਨੂੰ ਕਿਹਾ ਕਿ ਉਹ ਸੰਜਨਾ ਨੂੰ ਘਰ ਲੈ ਕੇ ਆਉਣਾ ਚਾਹੁੰਦੇ ਹਨ, ਪਰ ਮੇਰੀ ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਮੇਰੀ ਮਾਂ ਨੇ ਕਿਹਾ ਕਿ ਇੱਕ ਵਾਰ ਅੰਕਿਤਾ ਦਾ ਵਿਆਹ ਹੋ ਲੈਣ ਦੇ, ਫਿਰ ਤੂੰ ਜੋ ਮਰਜ਼ੀ ਕਰੀਂ। ਕਿਤੇ ਅਜਿਹਾ ਨਾ ਹੋਵੇ ਕਿ ਅੰਕਿਤਾ ਸੰਜਨਾ ਨੂੰ ਦੇਖ ਕੇ ਇਸ ਵਿਆਹ ਤੋਂ ਇਨਕਾਰ ਕਰ ਦੇਵੇ ਤੇ ਮੇਰੀ ਬੱਚੀ ਦੇ ਜ਼ਖਮ ਫਿਰ ਤੋਂ ਹਰੇ ਹੋ ਜਾਣ। ਮਾਂ ਦੀ ਗੱਲ ਸੁਣ ਕੇ ਮੇਰੇ ਭਰਾ ਨੇ ਸਿਰ ਝੁਕਾ ਲਿਆ ਸੀ। ਮੇਰੇ ਵਿਆਹ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਹੋ ਰਹੀਆਂ ਸੀ। ਆਖਿਰਕਾਰ ਮੇਰੇ ਵਿਆਹ ਵਾਲਾ ਦਿਨ ਵੀ ਆ ਹੀ ਗਿਆ। ਮੈਂ ਆਪਣੇ ਰਾਜਕੁਮਾਰ ਜਿਹੇ ਪਤੀ ਨੂੰ ਆਪਣੇ ਕੋਲ ਬੈਠਾ ਦੇਖ ਕੇ ਮਨ ਹੀ ਮਨ ਰੱਬ ਦਾ ਸ਼ੁਕਰੀਆ ਅਦਾ ਕੀਤਾ। ਫਿਰ ਮੇਰੀ ਵਿਦਾਈ ਹੋ ਗਈ ਤੇ ਮੈਂ ਆਪਣੇ ਸਸੁਰਾਲ ਪਹੁੰਚ ਗਈ। ਉੱਥੇ ਕੁਝ ਰਸਮਾਂ ਕੀਤੀਆਂ ਗਈਆਂ ਤੇ ਫਿਰ ਮੇਰੀ ਸੱਸ ਮੈਨੂੰ ਮੇਰੇ ਕਮਰੇ ਵਿੱਚ ਲੈ ਕੇ ਆਈ ਸੀ। ਮੈਂ ਆਪਣੇ ਦਹੇਜ ਵਿੱਚ ਮਿਲੇ ਹੋਏ ਬੈੱਡ ਤੇ ਬੈਠ ਗਈ। ਜਦ ਮੇਰੇ ਪਤੀ ਕਮਰੇ ਵਿੱਚ ਆਏ ਤਾਂ ਮੈਂ ਸ਼ਰਮ ਨਾਲ ਆਪਣੀਆਂ ਨਜ਼ਰਾਂ ਝੁਕਾ ਲਈਆਂ ਸਨ, ਪਰ ਉਸਨੇ ਮੇਰੀ ਨਾ ਤਾਂ ਤਾਰੀਫ ਕੀਤੀ ਤੇ ਨਾ ਹੀ ਮੇਰੇ ਵੱਲ ਦੇਖਿਆ ਸੀ। ਉਸਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਅੰਕਿਤਾ ਮੇਰੀ ਮਾਂ ਦੀ ਹਰ ਗੱਲ ਮੰਨੀ। ਐਨੇ ਨੂੰ ਮੇਰੀ ਸੱਸ ਵੀ ਕਮਰੇ ਵਿੱਚ ਆ ਗਈ ਸੀ। ਮੇਰੀ ਸੱਸ ਨੇ ਆਉਂਦੇ ਹੀ ਮੈਨੂੰ ਇਹ ਹੁਕਮ ਸੁਣਾ ਦਿੱਤਾ ਸੀ ਕਿ ਬੈੱਡ ਤੋਂ ਉੱਤਰ। ਮੈਨੂੰ ਬੜੀ ਹੈਰਾਨੀ ਹੋਈ। ਮੇਰੇ ਪਤੀ ਬੋਲੇ, ਅੰਕਿਤਾ ਤੈਨੂੰ ਸੁਣਾਈ ਨਹੀਂ ਦੇ ਰਿਹਾ? ਫਿਰ ਮੈਂ ਹੜਬੜਾਹਟ ਵਿੱਚ ਆਪਣਾ ਭਾਰੀ ਲਹਿੰਗਾ ਸੰਭਾਲ ਕੇ ਖੜੀ ਹੋ ਗਈ। ਮੇਰੀ ਸੱਸ ਨੇ ਨੌਕਰਾਂ ਨੂੰ ਕਿਹਾ ਕਿ ਇਹ ਬੈੱਡ ਬਾਹਰ ਲੈ ਜਾਓ ਤੇ ਫਿਰ ਮੇਰੀ ਸੱਸ ਨੇ ਜ਼ਮੀਨ 'ਤੇ ਚਾਦਰ ਵਿਛਾ ਕੇ ਮੈਨੂੰ ਕਿਹਾ ਕਿ ਅੱਜ ਰਾਤ ਤੂੰ ਇੱਥੇ ਹੀ ਸੌਵੇਂਗੀ। ਸਾਡੇ ਇੱਥੇ ਰਿਵਾਜ ਹੈ ਕਿ ਨਵੀਂ ਨਵੇਲੀ ਦੁਲਹਨ ਨੂੰ ਚਾਦਰ 'ਤੇ ਹੀ ਸੌਣਾ ਪੈਂਦਾ ਹੈ। ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਸੀ, ਪਰ ਮੈਂ ਸਮੀਪ ਦੇ ਬਾਰੇ ਸੋਚ ਕੇ ਚੁੱਪ ਕਰ ਗਈ। ਮੈਂ ਇੰਨੇ ਲਾਡਾਂ ਪਿਆਰਾਂ ਨਾਲ ਪਲੀ ਹੋਈ, ਭਲਾ ਜ਼ਮੀਨ 'ਤੇ ਕਿਵੇਂ ਸੌਂ ਸਕਦੀ ਸੀ? ਸੱਸ ਦੇ ਜਾਣ ਤੋਂ ਬਾਅਦ ਮੈਂ ਸਮੀਪ ਨੂੰ ਸ਼ਿਕਾਇਤ ਕੀਤੀ ਕਿ ਮੈਨੂੰ ਜ਼ਮੀਨ 'ਤੇ ਸੌਣ ਦੀ ਆਦਤ ਨਹੀਂ ਹੈ, ਤਾਂ ਸਮੀਪ ਕਹਿਣ ਲੱਗਿਆ ਕਿ ਮੈਨੂੰ ਸ਼ਿਕਾਇਤ ਕਰਨ ਵਾਲੀਆਂ ਔਰਤਾਂ ਬਿਲਕੁਲ ਵੀ ਪਸੰਦ ਨਹੀਂ ਹਨ। ਮੈਂ ਚੁੱਪਚਾਪ ਜ਼ਮੀਨ 'ਤੇ ਬੈਠ ਗਈ। ਕੁਝ ਦੇਰ ਬਾਅਦ ਮੇਰੀ ਸੱਸ ਫਿਰ ਤੋਂ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਬਹੂ ਆਪਣੇ ਸੋਨੇ ਦੇ ਗਹਿਣੇ ਵੀ ਮੈਨੂੰ ਦੇ ਦੇ। ਮੈਂ ਚੁੱਪਚਾਪ ਆਪਣੇ ਗਹਿਣੇ ਉਤਾਰ ਕੇ ਉਸ ਨੂੰ ਦੇ ਦਿੱਤੇ। ਫਿਰ ਮੇਰੀ ਸੱਸ ਬਾਹਰ ਚਲੀ ਗਈ। ਮੈਨੂੰ ਚਾਦਰ 'ਤੇ ਬੈਠੀ ਨੂੰ ਇੰਨੀ ਨੀਂਦ ਆ ਰਹੀ ਸੀ ਕਿ ਮੈਂ ਬੇਵੱਸ ਹੋ ਕੇ ਇੱਕ ਪਾਸੇ ਨੂੰ ਹੀ ਡਿੱਗ ਪਈ। ਸਵੇਰੇ ਮੇਰੀ ਅੱਖ ਬਹੁਤ ਦੇਰ ਨਾਲ ਖੁੱਲ੍ਹੀ ਸੀ। ਜਦ ਮੈਂ ਚਾਰੇ ਪਾਸੇ ਦੇਖਿਆ ਤਾਂ ਮੈਨੂੰ ਬਹੁਤ ਅਜੀਬ ਜਿਹਾ ਮਹਿਸੂਸ ਹੋਇਆ, ਪਰ ਜਿਵੇਂ ਹੀ ਮੇਰੀ ਨਜ਼ਰ ਚਾਦਰ 'ਤੇ ਪਈ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਉੱਥੇ ਇੱਕ ਚਿੱਠੀ ਪਈ ਸੀ। ਮੈਂ ਕੰਬਦੇ ਹੱਥਾਂ ਨਾਲ ਉਹ ਚਿੱਠੀ ਨੂੰ ਖੋਲ੍ਹ ਕੇ ਦੇਖਿਆ ਤੇ ਪੜ੍ਹਨ ਲੱਗੀ। ਉਸ ਵਿੱਚ ਲਿਖਿਆ ਸੀ ਕਿ ਅੰਕਿਤਾ, ਤੈਨੂੰ ਇਹ ਚਿੱਠੀ ਪੜ੍ਹ ਕੇ ਬਹੁਤ ਦੁੱਖ ਹੋਣ ਵਾਲਾ ਹੈ। ਮੈਂ ਜਾਣਦਾ ਹਾਂ ਕਿ ਤੂੰ ਇਹ ਚਿੱਠੀ ਪੜ੍ਹ ਕੇ ਬਹੁਤ ਰੋਵੇਂਗੀ। ਤੈਨੂੰ ਸਮਝ ਨਹੀਂ ਆਵੇਗਾ ਕਿ ਤੂੰ ਕੀ ਕਰੇ, ਪਰ ਮੈਂ ਤੇਰੇ ਤੋਂ ਸੱਚ ਨਹੀਂ ਲੁਕਾਉਣਾ ਚਾਹੁੰਦਾ। ਮੈਂ ਸਮੀਪ ਨਹੀਂ ਹਾਂ। ਮੈਂ ਸਮੀਪ ਦਾ ਰੂਪ ਧਾਰਨ ਕੀਤਾ ਸੀ। ਮੈਂ ਇੱਕ ਲੁਟੇਰਾ ਹਾਂ ਤੇ ਜਿਹੜੀ ਔਰਤ ਮੇਰੀ ਮਾਂ ਬਣ ਕੇ ਤੁਹਾਡੇ ਘਰ ਆਈ ਸੀ ਉਹ ਮੇਰੀ ਮਾਂ ਨਹੀਂ ਹੈ, ਤੇ ਜਿਹੜੀ ਸਾਡੀ ਨੌਕਰਾਣੀ ਸੀ ਤੇ ਨਾ ਹੀ ਉਹ ਸਾਡੀ ਕੰਮ ਵਾਲੀ ਹੈ। ਅਸੀਂ ਤਿੰਨੋਂ ਜਣੇ ਇੱਕ ਗੈਂਗ ਦਾ ਹਿੱਸਾ ਹਾਂ। ਮੇਰੀ ਸ਼ਕਲ ਸੂਰਤ ਸੋਹਣੀ ਹੈ, ਇਸ ਲਈ ਅਸੀਂ ਇਹ ਧੰਦਾ ਅਪਣਾ ਰੱਖਿਆ ਹੈ। ਅਸੀਂ ਲੋਕਾਂ ਦੇ ਘਰ ਜਾ ਕੇ ਰਿਸ਼ਤੇ ਮੰਗਦੇ ਹਾਂ ਤੇ ਫਿਰ ਉਸ ਲੜਕੀ ਨੂੰ ਵਿਆਹ ਕੇ ਘਰ ਵੀ ਲੈ ਆਉਂਦੇ ਹਾਂ। ਫਿਰ ਲੜਕੀ ਨੂੰ ਬੇਹੋਸ਼ੀ ਦੀ ਦਵਾਈ ਸੰਘਾ ਕੇ ਸਭ ਕੁਝ ਲੁੱਟ ਕੇ ਲੈ ਜਾਂਦੇ ਹਾਂ। ਅਸੀਂ ਤੇਰੇ ਵੀ ਦਹੇਜ ਦਾ ਸਾਰਾ ਸਮਾਨ ਲੈ ਕੇ ਜਾ ਰਹੇ ਹਾਂ, ਨਾਲ ਹੀ ਤਲਾਕ ਦੇ ਕਾਗਜ਼ ਵੀ ਪਏ ਹਨ। ਤੂੰ ਮੇਰੇ ਵੱਲੋਂ ਆਜ਼ਾਦ ਆਂ, ਪਰ ਤੈਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੈਂ ਤੈਨੂੰ ਹੱਥ ਵੀ ਨਹੀਂ ਲਗਾਇਆ। ਤੂੰ ਜਿਸ ਤਰ੍ਹਾਂ ਮਾਸੂਮ ਵਿਦਾ ਹੋ ਕੇ ਆਈ ਸੀ, ਹੁਣ ਵੀ ਉਸੇ ਤਰ੍ਹਾਂ ਮਾਸੂਮ ਹੋ। ਆਪਣਾ ਖਿਆਲ ਰੱਖੀਂ। ਇਹ ਚਿੱਠੀ ਪੜ੍ਹ ਕੇ ਮੈਨੂੰ ਚੱਕਰ ਆਉਣ ਲੱਗੇ।
ਮੈਨੂੰ ਆਲੇ ਦੁਆਲੇ ਕੰਧਾਂ ਦਰਵਾਜ਼ੇ ਘੁੰਮਦੇ ਦਿਖਾਈ ਦੇ ਰਹੇ ਸੀ। ਮੈਂ ਚਾਰੇ ਪਾਸੇ ਨਿਗਾਹ ਘੁਮਾਈ ਤਾਂ ਮੈਨੂੰ ਸਿਵਾਏ ਇਸ ਚਾਦਰ ਦੇ ਜਿਸ 'ਤੇ ਮੈਂ ਸੋਈ ਸੀ, ਉਸ ਤੋਂ ਇਲਾਵਾ ਕਮਰੇ ਵਿੱਚ ਹੋਰ ਕੁਝ ਵੀ ਦਿਖਾਈ ਨਹੀਂ ਦਿੱਤਾ। ਮੈਂ ਜਲਦੀ ਨਾਲ ਆਪਣਾ ਫ਼ੋਨ ਲੱਭਣ ਲੱਗੀ ਤਾਂ ਕਿ ਮੈਂ ਪਿਤਾ ਜੀ ਨੂੰ ਕਾਲ ਕਰਕੇ ਸਭ ਕੁਝ ਦੱਸ ਸਕਾਂ, ਪਰ ਮੇਰਾ ਫ਼ੋਨ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਸ਼ਾਇਦ ਉਹ ਲੁਟੇਰੇ ਮੇਰਾ ਫ਼ੋਨ ਵੀ ਨਾਲ ਲੈ ਗਏ ਸਨ। ਮੈਂ ਉੱਚੀ ਉੱਚੀ ਰੋਣ ਲੱਗੀ ਸੀ। ਉਸ ਸਮੇਂ ਮੇਰੀ ਅੱਖਾਂ ਦੇ ਸਾਹਮਣੇ ਸੰਜਨਾ ਭਾਬੀ ਦੀ ਸ਼ਕਲ ਆ ਗਈ ਸੀ, ਜਿਵੇਂ ਉਹ ਮੈਨੂੰ ਕਹਿ ਰਹੀ ਹੋਵੇ ਕਿ ਅੰਕਿਤਾ, ਮੈਂ ਤੈਨੂੰ ਹਮੇਸ਼ਾ ਪਿਆਰ ਦਿੱਤਾ, ਇੱਜ਼ਤ ਦਿੱਤੀ, ਪਰ ਤੂੰ ਮੇਰੇ ਨਾਲ ਕੀ ਕੀਤਾ? ਤੈਨੂੰ ਕੀ ਲੱਗਦਾ ਹੈ ਕਿ ਜਿਹੜਾ ਬਿਨਾਂ ਵਜ੍ਹਾ ਦੁੱਖ ਝੱਲਦਾ ਹੈ ਉਸ ਦੀ ਹਾਏ ਕੀ ਬੇਕਾਰ ਜਾਂਦੀ ਹੈ? ਕੀ ਤੈਨੂੰ ਪਤਾ ਨਹੀਂ ਹੈ ਕਿ ਦੁਖੀ ਦੀ ਹਾਏ ਤਾਂ ਰੱਬ ਤੱਕ ਪਹੁੰਚਦੀ ਹੈ? ਅੰਕਿਤਾ, ਤੈਨੂੰ ਮੇਰੀ ਹਾਏ ਲੱਗੀ ਹੈ, ਹੁਣ ਤੂੰ ਭੁਗਤੇ ਸਭ। ਮੈਂ ਕਾਫੀ ਦੇਰ ਉੱਥੇ ਬੈਠੀ ਰੋਂਦੀ ਰਹੀ, ਫਿਰ ਬੜੀ ਮੁਸ਼ਕਿਲ ਨਾਲ ਹਿੰਮਤ ਜੁਟਾ ਕੇ ਖੜੀ ਹੋਈ। ਜਦ ਮੈਂ ਉਸ ਘਰ ਤੋਂ ਬਾਹਰ ਆਈ ਤਾਂ ਮੈਨੂੰ ਇੱਕ ਆਟੋ ਮਿਲ ਗਿਆ ਸੀ। ਮੈਂ ਘਬਰਾਈ ਹੋਈ ਜਦ ਘਰ ਪਹੁੰਚੀ ਤਾਂ ਮੈਨੂੰ ਦੇਖ ਕੇ ਸਭ ਹੈਰਾਨ ਰਹਿ ਗਏ ਤੇ ਪਰੇਸ਼ਾਨ ਹੋ ਗਏ। ਮੇਰੀ ਮਾਂ ਮੈਨੂੰ ਪੁੱਛਣ ਲੱਗੀ ਕਿ ਅੰਕਿਤਾ ਕੀ ਹੋਇਆ, ਤੂੰ ਇਸ ਹਾਲ ਵਿੱਚ? ਮੈਂ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਤਾਂ ਉਹ ਬਹੁਤ ਪਰੇਸ਼ਾਨ ਹੋ ਗਏ। ਮੈਂ ਭੱਜ ਕੇ ਆਪਣੇ ਭਰਾ ਦੇ ਕੋਲ ਗਈ ਤੇ ਕਿਹਾ, ਭਾਈ ਤੁਸੀਂ ਭਾਬੀ ਨੂੰ ਘਰ ਲੈ ਆਓ, ਤੁਹਾਨੂੰ ਮੇਰੀ ਕਸਮ ਹੈ ਮੈਂ ਉਹਨਾਂ ਨਾਲ ਬਹੁਤ ਗਲਤ ਕੀਤਾ ਹੈ, ਮੈਨੂੰ ਇਸੇ ਦੀ ਇਹ ਸਜ਼ਾ ਮਿਲੀ ਹੈ। ਮੇਰੇ ਭਰਾ ਨੇ ਮੈਨੂੰ ਗਲੇ ਨਾਲ ਲਗਾ ਲਿਆ ਤੇ ਮੈਨੂੰ ਹੌਸਲਾ ਦਿੱਤਾ। ਮੇਰਾ ਭਰਾ ਸ਼ਾਮ ਤੱਕ ਭਾਬੀ ਨੂੰ ਘਰ ਲੈ ਆਇਆ ਸੀ। ਮੈਂ ਰੋ ਰੋ ਕੇ ਆਪਣੀ ਭਾਬੀ ਤੋਂ ਮਾफ़ੀ ਮੰਗੀ। ਮੇਰੀ ਮਾਂ ਨੇ ਵੀ ਭਾਬੀ ਤੋਂ ਮਾफ़ੀ ਮੰਗ ਲਈ ਸੀ। ਮੇਰੀ ਭਾਬੀ ਨੇ ਮੈਨੂੰ ਗਲੇ ਨਾਲ ਲਗਾ ਕੇ ਕਿਹਾ ਕਿ ਤੂੰ ਤਾਂ ਮੇਰੀ ਆਪਣੀ ਹੈ, ਮੇਰੀ ਭੈਣ ਆ, ਮੈਂ ਕਦੇ ਵੀ ਤੇਰੇ ਲਈ ਬੁਰਾ ਨਹੀਂ ਸੋਚਿਆ, ਤੂੰ ਫਿਕਰ ਨਾ ਕਰ, ਸਭ ਠੀਕ ਹੋ ਜਾਵੇਗਾ। ਅਨਿਲ ਦੇ ਘਰ ਬੇਟਾ ਪੈਦਾ ਹੋਇਆ ਸੀ। ਸਾਰੇ ਬਹੁਤ ਖੁਸ਼ ਸੀ, ਪਰ ਮੇਰੇ ਦਿਲ ਵਿੱਚ ਬਹੁਤ ਉਦਾਸੀ ਛਾਈ ਹੋਈ ਸੀ ਕਿ ਕਾਸ਼ ਅਨਿਲ ਮੈਨੂੰ ਅਪਣਾ ਲੈਂਦਾ ਤਾਂ ਮੈਨੂੰ ਇੰਨਾ ਦੁੱਖ ਨਾ ਦੇਖਣਾ ਪੈਂਦਾ। ਕੁਝ ਦਿਨਾਂ ਬਾਅਦ ਮੇਰੀ ਭਾਬੀ ਦੀ ਇੱਕ ਸਹੇਲੀ ਆਪਣੇ ਇਕਲੌਤੇ ਭਰਾ ਦੇ ਲਈ ਮੇਰੇ ਲਈ ਰਿਸ਼ਤਾ ਲੈ ਕੇ ਆਈ। ਮੇਰੀ ਮੰਮੀ ਤੇ ਪਾਪਾ ਨੂੰ ਇਹ ਰਿਸ਼ਤਾ ਪਸੰਦ ਆ ਗਿਆ ਸੀ ਤਾਂ ਮੈਂ ਵੀ ਸਿਰ ਝੁਕਾ ਲਿਆ ਸੀ, ਪਰ ਇਸ ਵਾਰ ਮੈਂ ਕੋਈ ਉਮੀਦ ਨਹੀਂ ਕੀਤੀ ਸੀ। ਮੇਰੇ ਦਿਲ ਵਿੱਚ ਖੁਸ਼ੀ ਨਹੀਂ ਸੀ। ਕਰਦੇ ਕਰਾਉਂਦੇ ਵਿਦਾਈ ਦਾ ਦਿਨ ਵੀ ਆ ਗਿਆ। ਮੈਂ ਰੋਬਿਨ ਦੀ ਦੁਲਹਨ ਬਣ ਕੇ ਉਸ ਦੇ ਘਰ ਆ ਗਈ ਸੀ। ਉਹ ਮੇਰੀ ਤਾਰੀਫ ਕਰਦੇ ਥੱਕਦਾ ਨਹੀਂ ਸੀ। ਦਿਨ ਐਵੇਂ ਹੀ ਲੰਘਦੇ ਗਏ। ਹੌਲੀ ਹੌਲੀ ਮੈਨੂੰ ਅਹਿਸਾਸ ਹੋਇਆ ਕਿ ਉਹ ਇੱਕ ਬਹੁਤ ਚੰਗਾ ਇਨਸਾਨ ਹੈ ਤੇ ਚੰਗੇ ਪਤੀ ਹਨ। ਉਹਨਾਂ ਦੀ ਸੰਗਤ ਵਿੱਚ ਮੈਂ ਆਪਣੇ ਸਾਰੇ ਦੁੱਖ ਭੁੱਲ ਗਈ ਸੀ। ਮੈਂ ਹੁਣ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ, ਪਰ ਮੈਂ ਇਹ ਸਬਕ ਜ਼ਰੂਰ ਸਿੱਖ ਲਿਆ ਹੈ ਕਿ ਕਦੇ ਕਿਸੇ ਨਾਲ ਬੁਰਾ ਨਾ ਕਰੋ। ਜੇ ਕਿਸੇ ਨਾਲ ਬੁਰਾ ਕਰਦੇ ਹਾਂ ਤਾਂ ਆਪਣੇ ਨਾਲ ਜ਼ਰੂਰ ਬੁਰਾ ਹੁੰਦਾ ਹੈ, ਤੇ ਜੇ ਕਿਸੇ ਦਾ ਭਲਾ ਕਰਦੇ ਹਾਂ ਤਾਂ ਉਸ ਦਾ ਫਲ ਵੀ ਜ਼ਰੂਰ ਮਿਲਦਾ ਹੈ। ਦੋਸਤੋ, ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।